सत श्री अकाल, स्वागत है तुहाडा सारिਆਂ ਦਾ NRI वर्ड ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਅਸੀਂ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਆਓ ਵੇਖਦੇ ਹਾਂ ਕੀ ਹੈ ਖਾਸ ਇਸ ਵਾਰ NRI वर्ड ਦੇ ਵਿੱਚ। NRI वर्ड ਦੀ ਇਹ ਪੇਸ਼ਕਸ਼ ਨਵੇਂ ਸਾਲ ਦੀ ਪਹਿਲੀ ਪੇਸ਼ਕਸ਼ ਹੈ। ਆਓ ਵੇਖਦੇ ਹਾਂ ਕਿਸ ਤਰ੍ਹਾਂ ਕੈਨੇਡਾ ਵਾਸੀਆਂ ਨੇ ਨਵੇਂ ਸਾਲ ਦਾ ਆਗਮਨ ਕੀਤਾ। ਜਿੱਥੇ ਕਈ ਲੋਕਾਂ ਨੇ ਪਾਰਟੀਆਂ ਕੀਤੀਆਂ, ਗੈਟ ਟੂਗੇਦਰਸ ਕੀਤੀਆਂ, ਉੱਥੇ ਹੀ ਵੱਡੀ ਤਾਦਾਦ ਵਿੱਚ ਲੋਕਾਂ ਨੇ ਗੁਰੂ ਘਰ ਵਿੱਚ ਜਾ ਕੇ ਅਰਦਾਸ ਕੀਤੀ। देव करो दया करो दया मोहे मार्ग लावो। 2019 ਨੂੰ ਅਲਵਿਦਾ ਅਤੇ 2020 ਦਾ ਸਵਾਗਤ ਕਰਨ ਲਈ ਕੈਨੇਡਾ ਭਰ ਵਿੱਚ ਨਵੇਂ ਸਾਲ ਦੇ ਜਸ਼ਨ ਵੇਖੇ ਗਏ। ਵੱਖ-ਵੱਖ ਭਾਈਚਾਰੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਨਵਾਂ ਸਾਲ ਸੈਲੀਬ੍ਰੇਟ ਕੀਤਾ ਗਿਆ। ਇਸੇ ਤਰ੍ਹਾਂ ਮਿਸਿਸਾਗਾ ਦੇ ਵਿੱਚ ਸਥਿਤ ਓਨਟਾਰੀਓ ਖਾਲਸਾ ਦਰਬਾਰ ਵਿਖੇ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ ਸਨ, ਜਿੱਥੇ ਅਸੀਂ ਆਪਣੀ ਸਾਰੀ ਕੌਮ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹਾਂ ਤੇ ਨਾਲ ਹੀ ਨਵੇਂ ਸਾਲ ਦੇ ਵਿੱਚ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡੇ ਜੋ ਬੱਚੇ ਪੰਜਾਬ ਦੀ ਧਰਤੀ ਤੋਂ ਜਿਨ੍ਹਾਂ ਨੂੰ ਆਪਾਂ ਇੱਥੇ ਕਹਿੰਦੇ ਹਾਂ ਪਰ ਕਹਿਣਾ ਤਾਂ ਨਹੀਂ ਚਾਹੀਦਾ ਇੰਟਰਨੈਸ਼ਨਲ ਸਟੂਡੈਂਟ, ਉਹ ਸਾਡੇ ਆਪਣੇ ਬੱਚੇ ਹਨ, ਉਹਨਾਂ ਨੂੰ ਆਪਾਂ ਗੱਲ ਲਾਈਏ, ਉਹਨਾਂ ਨੂੰ ਹਮੇਸ਼ਾ ਸਿੱਧੇ ਰਾਹ ਪਾਉਣ ਦੀ ਆਪਾਂ ਹਿੰਮਤ ਤੇ ਉਹਨਾਂ ਨੂੰ ਹੌਸਲੇ ਦਈਏ ਕਿ ਬੱਚਿਓ ਚੜ੍ਹਦੀ ਕਲਾ 'ਚ ਰਹੋ। ਜਿੱਥੇ ਤੁਸੀਂ ਮਾਂ ਬਾਪ ਇੰਨਾ ਕਰਜ਼ਾ ਚੁੱਕ ਕੇ ਔਖੇ ਹੋ ਕੇ ਤੁਹਾਨੂੰ ਇੱਥੇ ਇੱਕ ਸੁਖੀ ਜੀਵਨ ਬਿਤਾਉਣ ਲਈ ਇੱਥੇ ਭੇਜ ਰਹੇ ਆ, ਤੁਸੀਂ ਹੀ ਇੱਥੇ ਕੈਨੇਡਾ ਦੇ ਵਿੱਚ ਅਗਲੀ ਜੋ ਪਨੀਰੀ ਹੈ ਉਸ ਦੇ ਤੁਸੀਂ ਮਾਲਕ ਹੋ, ਉਸ ਦੇ ਵਾਰਸ ਹੋ ਤੇ ਮਾਂ ਬਾਪ ਦਾ ਨਾਂ ਉੱਚਾ ਰੱਖੋ। ਜੋ ਪਿੱਛੇ ਜੋ ਵੀ ਭਾਣੇ ਵਰਤੇ ਆ, ਤੁਸੀਂ ਆਪ ਤਾਂ ਮਾਂ ਬਾਪ ਨੂੰ ਦੁੱਖ ਦੇ ਕੇ ਚਲ ਜਾਂਦੇ ਹੋ, ਪਰ ਕਿਤੇ ਸੋਚਿਆ ਉਹਨਾਂ ਨੇ ਕਿੰਨਾ ਕਰਜ਼ਾ ਚੁੱਕ ਕੇ ਤੁਹਾਨੂੰ ਇੱਥੇ ਭੇਜਿਆ। ਇੱਥੇ ਦਾ ਜਿਹੜਾ ਕੈਨੇਡਾ 'ਚ ਸਿੱਖ ਬੈਠੇ ਆ, ਇਹ ਤੁਹਾਡੇ ਮਾਪੇ ਆ, ਤੁਹਾਡੇ ਵਡੇਰੇ ਆ। ਆਓ ਆਪਾਂ ਸਾਰੇ ਕੈਨੇਡਾ ਵਾਸੀ ਰਲ ਕੇ ਇਹਨਾਂ ਬੱਚਿਆਂ ਨੂੰ ਆਪਾਂ ਗੱਲ ਲਈਏ। ਜਿੰਨੇ ਵੀ ਗੁਰਦੁਆਰਾ ਸਾਹਿਬ ਕੈਨੇਡਾ ਦੇ ਵਿੱਚ ਹਨ, ਸਾਰੇ ਹੀ ਬੱਚਿਆਂ ਦੀ ਬਹੁਤ ਹੀ ਜ਼ਿਆਦਾ ਮਦਦ ਕਰਦੇ ਆ। ਓਨਟਾਰੀਓ ਖਾਲਸਾ ਦਰਬਾਰ ਵੱਲੋਂ ਅਸੀਂ ਪਹਿਲੇ ਦਿਨ ਤੋਂ ਹੀ ਇਹੋ ਹੀ ਬੱਚਿਆਂ ਨੂੰ ਆਖਿਆ, ਬੱਚਿਓ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਮਾੜਾ ਕੰਮ ਕਰਕੇ ਸਾਡੇ ਕੋਲ ਆਏ ਹੋ ਨਾ, ਹਰ ਚੰਗੇ ਕੰਮ ਲਈ ਸਾਡੇ ਕੋਲ ਆਏ। ਅਤੇ ਸਾਡੇ ਕੋਲ 15-16 ਵਕੀਲ ਹਨ ਜਿਹੜੀ ਕਿ ਤੁਹਾਡੀ ਮਦਦ ਕਰਦੇ ਹਾਂ ਤੇ ਹਰ ਤਰ੍ਹਾਂ ਦੀ ਤੁਹਾਨੂੰ ਸਲਾਹ ਦਿੰਦੇ ਆ। ਤੇ ਇੱਕੋ ਬੇਨਤੀ ਆ ਵੀ ਤੁਸੀਂ ਆਪਣੇ ਮਾਂ ਬਾਪ ਦਾ, ਸਮਾਜ ਦਾ ਨਾਂ ਉੱਚਾ ਰੱਖਿਓ। ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਆਸ ਕਰਦੇ ਹਾਂ ਕਿ ਤੁਹਾਡੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਤੇ ਹਰੇਕ ਨੂੰ ਸਾਰੇ ਨੂੰ ਤਰੱਕੀ। ਤੇ ਆਉਣ ਵਾਲੇ ਸਮੇਂ 'ਚ ਇਹ ਵੀ ਬੇਨਤੀ ਆ ਕਿ ਆਪਾਂ ਸਰਬੱਤ ਦਾ ਭਲਾ ਬਾਰੇ ਸੋਚੀਏ ਕਿ ਆਪਣੀ ਤਰੱਕੀ ਵੀ ਪਰ ਨਾਲ ਦੇ ਨਾਲ ਦੀ ਵੀ ਤਰੱਕੀ। ਡਿਕਸੀ ਰੋਡ ਗੁਰਦੁਆਰਾ ਸਾਹਿਬ ਅਸੀਂ ਆਉਣ ਵਾਲੇ 5 ਜਨਵਰੀ ਨੂੰ ਅਸੀਂ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਜਿਹਦੇ ਵਿੱਚ 3 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋ ਜਾਣੇ ਆ। ਉਸ ਤਰੀਕ ਨੂੰ ਵੀ 5 ਨੂੰ ਜਿਹੜਾ ਸੰਗਤਾਂ ਦਾ ਇਕੱਠ ਹੁੰਦਾ ਉਹ ਵੀ ਇੱਥੇ ਦੇਖਣ ਵਾਲਾ ਹੁੰਦਾ ਹੈ। ਤੁਹਾਨੂੰ ਸਾਰੀਆਂ ਸੰਗਤਾਂ ਨੂੰ ਜਿੱਥੇ ਤੱਕ ਵੀ ਇਹ ਪ੍ਰੋਗਰਾਮ ਜਾ ਰਿਹਾ 2020 ਦੀਆਂ ਅਸੀਂ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਹਾਂ। ਇਸ ਮੌਕੇ ਅਖੰਡ ਪਾਠ ਦੇ ਭੋਗ ਵੀ ਪਾਏ ਗਏ। ਸਾਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬੈਠੇ ਨੇ, ਗੁਰਦੁਆਰਿਆਂ 'ਚ ਜਾ ਕੇ ਅਰਦਾਸ ਬੇਨਤੀ ਕਰਦੇ ਨੇ, ਨਵਾਂ ਸਾਲ ਚੜ੍ਹਾਉਂਦੇ ਨੇ। ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਜੇ ਕੋਈ ਮਨੁੱਖਤਾ ਦੇ ਭਲੇ ਲਈ ਜੇ ਕੋਈ ਮਿਸ਼ਨ ਹੈ ਗੁਰੂ ਨਾਨਕ ਦੀ ਸਾਂਝੀ ਵਾਲਤਾ ਦਾ ਹੈ, ਉਹੀ ਇਹੀ ਪ੍ਰਵੇਲ ਕਰੇਗਾ। It's such an amazing and wondrous time. You're starting a new year and a new chapter, so ਤੁਸੀਂ ਜ਼ਰੂਰ ਜਿਹੜੇ ਤੁਹਾਡੇ ਆਸਾਂ ਜਿਹੜੇ ਤੁਹਾਡੇ ਹੋਪਸ are for the future ਤੁਸੀਂ ਇਹ ਜ਼ਰੂਰ ਪੂਰੇ ਕਰੋ। ਮੈਂ ਸਾਰੇ ਕਮਿਊਨਿਟੀ ਨੂੰ ਹੈਪੀ ਨਿਊ ਈਅਰ ਕਹਿਣਾ ਚਾਹੁੰਦੀ ਹਾਂ ਐਂਡ 2020 ਦੇ ਵਿੱਚ ਆਲ ਦ ਬੈਸਟ। ਆਪਣੇ ਫੈਮਿਲੀ ਦੇ ਵਿੱਚ ਸੈਲੀਬ੍ਰੇਟ ਕਰੋ, ਰਿਮੈਂਬਰ ਕਰੋ ਐਂਡ ਆਲਸੋ ਆਪਣੇ ਵਰਲਡ ਨੂੰ ਅਸੀਂ ਬੈਟਰ ਕਰ ਸਕਦੇ ਹਾਂ। ਅਸੀਂ ਆਪਣੇ ਵੱਲੋਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਜਿਹੜਾ 2019 ਸਨ ਹਰੇਕ ਲਈ ਖੁਸ਼ੀਆਂ ਭਰਿਆ ਲੰਘਿਆ, ਇਸੇ ਤਰ੍ਹਾਂ ਸਾਰਿਆਂ ਲਈ ਜਿਹੜਾ ਦੇਸ਼ ਵਿਦੇਸ਼ਾਂ ਵਿੱਚ ਜਿੰਨੇ ਵੀ ਲੋਕ ਰਹਿ ਰਹੇ ਉਹਨਾਂ ਲਈ ਜਿਹੜਾ ਖੁਸ਼ੀਆਂ ਭਰਿਆ ਨਵਾਂ ਸਾਲ ਜਿਹੜਾ ਬਹੁਤ ਖੁਸ਼ੀਆਂ ਲੈ ਕੇ ਆਵੇ। Wish everybody a happy new year and in 2020 I wish everybody to go get it. It would be like this, but everybody's getting it, everybody has a job, everybody has something to do. We just got to get a little bit more. ਪਰਮਾਤਮਾ ਤੁਹਾਡੀਆਂ ਤਰੱਕੀ ਲੈ ਕੇ ਆਵੇ, ਤੁਹਾਡੇ ਕਾਰੋਬਾਰਾਂ ਦੇ ਵਿੱਚ ਵਾਧੇ ਕਰੇ ਅਤੇ ਪਰਮਾਤਮਾ ਦੁਨੀਆ ਦੇ ਵਿੱਚ ਸੁੱਖ ਸ਼ਾਂਤੀ ਬਣਾਈ ਰੱਖੇ, ਭਾਈਚਾਰਕ ਸਾਂਝ ਬਣਾਈ ਰੱਖੇ। ਅਤੇ ਇੱਕ ਵਾਰੀ ਫੇਰ ਨਵੇਂ ਸਾਲ ਦੀਆਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾਈ ਅਤੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ। माया पास
ਨਵੇਂ ਸਾਲ ਦੇ ਆਗਮਨ ਤੇ ਹਰ ਸਿਟੀ ਦੇ ਮੇਅਰ ਵੱਲੋਂ ਮੇਅਰਜ਼ ਲੇਵੀ ਆਯੋਜਿਤ ਕੀਤੀ ਜਾਂਦੀ ਹੈ, ਜਿਸ ਵਿੱਚ ਕਮਿਊਨਿਟੀ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਵੀ ਸਿਟੀ ਹਾਲ ਵਿੱਚ ਮੇਅਰਜ਼ ਲੇਵੀ ਦਾ ਆਯੋਜਨ ਕੀਤਾ ਗਿਆ ਸੀ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਸਿਟੀ ਕਾਉਂਸਲਰਸ ਨੇ ਇੱਕ ਨਵੇਂ ਦਹਾਕੇ ਦੀ ਸ਼ੁਰੂਆਤ ਕਰਨ ਅਤੇ ਮੇਅਰ ਦੀ ਨਿਊ ਈਅਰ ਲੈਵੀ ਦੇ ਵਿੱਚ ਸ਼ਿਰਕਤ ਕਰਨ ਲਈ ਬਰੈਂਪਟਨ ਵਾਸੀਆਂ ਨੂੰ ਸੱਦਾ ਦਿੱਤਾ। 2020 ਨਿਊ ਈਅਰ ਲੈਵੀ ਬਰੈਂਪਟਨ ਸਿਟੀ ਹਾਲ ਐਟਰੀਅਮ ਦੇ ਵਿੱਚ ਆਯੋਜਿਤ ਕੀਤੀ ਗਈ ਸੀ। ਬਰੈਂਪਟਨ ਦੀ ਯੁਗਾ ਪੁਰਾਣੀ ਚਲਦੀ ਆ ਰਹੀ ਇਸ ਪਰੰਪਰਾ ਦੇ ਵਿੱਚ ਪਾਈਪਰ ਲੀਡ ਅਤੇ ਟਾਊਨ ਕਰੀਅਰ ਨੇ ਮੇਅਰ ਅਤੇ ਕਾਉਂਸਲਰਸ ਦਾ ਸਵਾਗਤ ਕੀਤਾ। ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ 2020 ਸਿਰਫ ਨਵਾਂ ਸਾਲ ਹੀ ਨਹੀਂ ਹੈ, ਇਹ ਇੱਕ ਨਵੇਂ ਦਹਾਕੇ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਨਾਲ ਮਿਲ ਕੇ ਅਸੀਂ ਬਿਹਤਰ ਬਰੈਂਪਟਨ ਦਾ ਨਿਰਮਾਣ ਕਰ ਸਕਦੇ ਹਾਂ। ਮੇਅਰ ਬਰਾਊਨ ਨੇ ਇਸ ਮੌਕੇ ਆਏ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। We are proud to serve you in the city of Brampton. We are working hard for you each day. As we welcome the new year and a new decade, imagine that, a new decade. There are so many initiatives and good stories for Brampton. We've had a terrific first year as a council working closely together. We like to say Team Brampton in the sense that when we go to conferences, when we make a pitch on behalf of our city, we are one team Brampton serving our residents. Well, I just want to say we had a great New Year's levy today at Brampton City Hall. It shows how engaged our residents are. This is a city where residents care about what happens. They want to have their say. They want to have their voice heard at City Hall. Having so many residents come and discuss the issues with their city councillors and mayor was just beautiful to see. It speaks to an engaged democracy. You know, we had a great 2019 and we're looking forward to an even more productive 2020. ਬਰੈਂਪਟਨ ਦੀ ਨਿਊ ਈਅਰ ਲੈਵੀ ਦੇ ਵਿੱਚ ਮੇਅਰ ਅਤੇ ਸਿਟੀ ਕਾਉਂਸਲਰਸ ਤੋਂ ਇਲਾਵਾ ਮੈਂਬਰ ਪਾਰਲੀਮੈਂਟਸ, ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟਸ, ਪੀਲ ਫਾਇਰ ਚੀਫ ਅਤੇ ਪੀਲ ਪੁਲਿਸ ਡਿਪਟੀ ਚੀਫ ਵੀ ਖਾਸ ਤੌਰ ਤੇ ਹਾਜ਼ਰ ਰਹੇ। Some of the highlights that are coming up this year, we're talking about Brampton University. We're working hard on a third hospital, the extension to Peel Memorial Hospital, bringing an urgent care center in that ambulatory care. And then we're also talking about an environmental education center out in Ward 6, where we're going to be in collaboration with the Credit Valley Conservation Authority, the provincial government and the federal government, the municipality, and also the region of Peel. So look forward to that coming very soon. It's going to be extremely exciting. 2020 is clear vision, and that is what I have for Ward 7 and 8, and it is connecting with people and listening to people and really getting out there and promoting Ward 7 and 8 and all of the wonderful things that those two wards have. We're here today to celebrate a new year. It's 2020. And it's also a new decade. We did a lot of work in 2019 and we're looking forward to working even harder in 2020 for the city of Brampton. ਜ਼ਿਕਰਯੋਗ ਹੈ ਕਿ ਇਹ ਫਨ ਸੈਰੇਮੋਨੀਅਲ ਇਵੈਂਟ ਹਰ ਉਮਰ ਵਰਗ ਦੇ ਲੋਕਾਂ ਲਈ ਸੀ। ਇਸ ਐਨੂਅਲ ਇਵੈਂਟ ਰਾਹੀਂ ਲੋਕਾਂ ਨੂੰ ਸਿਟੀ ਆਫੀਸ਼ੀਅਲਸ ਦੇ ਨਾਲ ਮੁਲਾਕਾਤ ਕਰਕੇ ਆਪਣੇ ਵਿਚਾਰ ਉਹਨਾਂ ਅੱਗੇ ਰੱਖਣ ਦਾ ਮੌਕਾ ਮਿਲਿਆ। ਨਵੇਂ ਸਾਲ ਦੇ ਆਗਮਨ ਦੇ ਨਾਲ ਹੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾਂਦਾ ਹੈ। ਦੁਨੀਆ ਭਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੇ ਨਾਲ ਹੀ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਵੀ ਅਖੰਡ ਪਾਠ ਰੱਖੇ ਗਏ ਅਤੇ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ ਸਨ। ਸਰਬੰਸਤਾਨੀ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਮਿਸੀਸਾਗਾ ਦੇ ਵਿੱਚ ਸਥਿਤ ਓਨਟਾਰੀਓ ਖਾਲਸਾ ਦਰਬਾਰ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਸਮਾਗਮ ਵੀ ਆਯੋਜਿਤ ਕੀਤਾ ਗਿਆ।
ਇਸ ਮੌਕੇ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਵੀ ਕੀਤੀ ਗਈ। ਅੱਜ ਦੁਨੀਆ ਭਰ ਦੇ ਵਿੱਚ ਮੇਰੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਪੁਰਬ ਮਨਾਇਆ ਜਾ ਰਿਹਾ। ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈ ਹੋਵੇ। ਜਿੱਥੇ ਆਪਾਂ ਅੱਜ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਜਿਸ ਗੁਰੂ ਨੇ ਸਾਨੂੰ ਇਹ ਜਾਮਾ ਇਹ ਬਾਣਾ ਦਿੱਤਾ ਕਿ ਆਪਾਂ ਉੱਤੇ ਪੂਰੇ ਉਤਰ ਰਹੇ ਹਾਂ। ਆਪਾਂ ਬਹੁਤ ਦੂਰ ਜਾ ਚੁੱਕੇ ਹਾਂ। ਗੁਰੂ ਪਿਆਰਿਓ, ਮੈਂ ਇੱਕ ਬੇਨਤੀ ਕਰਨੀ ਆਪ ਜੀ ਨੂੰ, ਜਿਸ ਤਰ੍ਹਾਂ ਇਸ ਵੇਲੇ ਪੰਥ ਖੱਜਲ ਖਰਾਬ ਹੋ ਰਿਹਾ ਵਾ, ਬਹੁਤ ਹੀ ਜ਼ਿਆਦਾ ਉਲਝਣਾਂ ਦੇ ਵਿੱਚ ਦਿਨੋਂ ਦਿਨ ਆਪਾਂ ਫਸਦੇ ਜਾ ਰਹੇ ਹਾਂ। ਆਓ ਕਿਤੇ ਅੱਜ ਆਪਾਂ ਸਿਰ ਜੋੜ ਕੇ ਸਾਰੇ ਹੀ ਜਿੰਨੇ ਵੀ ਆਪਣੇ ਆਪ ਨੂੰ ਜਥੇਬੰਦੀਆਂ ਕਹਾਉਂਦੀਆਂ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈਏ। ਅੱਜ ਅਸੀਂ ਸਮੁੱਚੀ ਦੁਨੀਆ ਭਰ ਦੇ ਵਿੱਚ ਸਾਧ ਸੰਗਤ ਜਿਹੜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਆਗਮਨ ਪੁਰਬ ਦਾ ਅੱਜ ਗੁਰਪੁਰਬ ਮਨਾ ਰਹੀਆਂ ਨੇ। ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਸਾਧ ਸੰਗਤ ਅੱਜ ਗੁਰਪੁਰਬ ਮਨਾ ਰਹੀ ਹੈ, ਅਸੀਂ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਜਾਂ ਅੰਟਾਰੀਓ ਦੀਆਂ ਜਿਹੜੀਆਂ ਸਮੁੱਚੀਆਂ ਖੇਡ ਕਲੱਬਾਂ ਉਹਨਾਂ ਵੱਲੋਂ ਸਾਰਿਆਂ ਨੂੰ ਅਸੀਂ ਅੱਜ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈਸਵੀ ਦੇ ਵਿੱਚ ਪਟਨਾ ਵਿਖੇ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਜੀ ਦੇ ਘਰ ਹੋਇਆ ਸੀ। 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਫੈਮਿਲੀ ਰੀਯੂਨੀਫਿਕੇਸ਼ਨ ਵਿੱਚ ਕੀਤੇ ਗਏ ਬਦਲਾਅ ਤੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ NRI ਵਰਡ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਜਨਵਰੀ ਦੇ ਮਹੀਨੇ ਵਿੱਚ ਹਰ ਇਮੀਗ੍ਰੈਂਟ ਵੱਲੋਂ ਉਮੀਦ ਕੀਤੀ ਜਾਂਦੀ ਹੈ ਕਿ ਜਦੋਂ ਫੈਮਿਲੀ ਰੀਯੂਨੀਫਿਕੇਸ਼ਨ ਲਈ ਉਹ ਅਪਲਾਈ ਕਰ ਸਕਣ ਤੇ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਸੱਦ ਸਕਣ। ਪਰ ਇਸ ਵਾਰ ਸਰਕਾਰ ਵੱਲੋਂ ਇਸ ਵੀਜ਼ਾ ਵਿੱਚ ਬਦਲਾਅ ਕੀਤੇ ਗਏ ਨੇ ਤੇ ਅਪ੍ਰੈਲ ਵਿੱਚ ਇਹ ਪ੍ਰੋਸੈਸ ਦੁਬਾਰਾ ਤੋਂ ਸ਼ੁਰੂ ਕੀਤਾ ਜਾਏਗਾ। ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕਰਦੇ ਹਾਂ ਇਮੀਗ੍ਰੇਸ਼ਨ ਕੰਸਲਟੈਂਟ ਮਨੂ ਦੱਤਾ ਦੇ ਨਾਲ। ਲਿਬਰਲ ਸਰਕਾਰ ਵੱਲੋਂ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਦੇ ਨੈਕਸਟ ਰਾਉਂਡ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ। ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਅਧੀਨ ਕੈਨੇਡੀਅਨ ਸਿਟੀਜ਼ਨਸ ਅਤੇ ਪਰਮਨੈਂਟ ਰੈਜ਼ੀਡੈਂਟਸ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਲਿਆਉਣ ਲਈ ਅਪਲਾਈ ਕਰਦੇ ਹਨ। ਇਸ ਸੰਬੰਧੀ ਅਸੀਂ ਵਿਸਥਾਰ ਦੇ ਵਿੱਚ ਗੱਲਬਾਤ ਕਰਦੇ ਹਾਂ ICC ਇਮੀਗ੍ਰੇਸ਼ਨ ਦੇ ਵਨ ਆਫ ਦਾ ਡਾਇਰੈਕਟਰ ਮਨੂ ਦੱਤਾ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਹੈ ਤੁਹਾਡਾ ਐਂਡ ਫਸਟ ਆਫ ਆਲ ਹੈਪੀ ਨਿਊ ਈਅਰ ਟੂ ਯੂ। ਥੈਂਕ ਯੂ ਵੈਰੀ ਮਚ ਜਸਲੀਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਹੈਪੀ ਐਂਡ ਪ੍ਰੋਸਪਰਸ 2020 ਐਂਡ ਤੁਹਾਨੂੰ ਵੀ ਜੀ ਥੈਂਕ ਯੂ। ਮਨੂ ਦੱਤਾ ਜੀ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਹੁਣ ਜਿਹੜੀ ਲਿਬਰਲ ਸਰਕਾਰ ਹੈ ਉਹਨਾਂ ਨੇ ਇਸ ਸਾਲ ਦਾ ਜਿਹੜਾ ਰਾਉਂਡ ਜੋ ਹਰ ਸਾਲ ਸ਼ੁਰੂਆਤ ਦੇ ਵਿੱਚ ਰਾਉਂਡ ਕੀਤਾ ਜਾਂਦਾ ਹੈ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਦਾ, ਉਹਨਾਂ ਨੇ ਪੋਸਟਪੋਨ ਕਰ ਦਿੱਤਾ ਹੈ। ਕੀ ਕਾਰਨ ਹੈ ਇਸ ਦਾ ਔਰ ਕੀ ਕਹਿ ਸਕਦੇ ਹਾਂ ਅਗਲਾ ਰਾਉਂਡ ਕਦੋਂ ਤੱਕ ਹੋਏਗਾ? 2020 ਦੇ ਵਿੱਚ ਜਿਹੜੀਆਂ ਐਪਲੀਕੇਸ਼ਨਸ ਐਕਸਪੈਕਟਡ ਸੀਗੀਆਂ ਉਹ ਸੀਗੀਆਂ ਜਨਵਰੀ ਦੇ ਵਿੱਚੋਂ। ਤਾਂ ਬੇਸਿਕਲੀ ਦੈਟ ਹੈਜ਼ ਬੀਨ ਪੋਸਟਪੋਨਡ ਫॉर ਅ ਲਿਟਲ ਬਿਟ। ਦਾ ਰੀਜ਼ਨ ਇਜ਼ ਵੈਰੀ ਸਿੰਪਲ। ਜਿਹੜੇ ਸਾਡੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਆਏ ਨੇ, ਬਿਕੋਜ਼ ਪਿਛਲੇ ਸਾਲਾਂ ਦੇ ਵਿੱਚ ਕਾਫੀ ਜਿਹੜਾ ਪ੍ਰੋਗਰਾਮ ਸੀਗਾ ਇਟ ਡਿਡ ਨਾਟ ਗੋ ਟੂ ਵੈਲ। ਪਹਿਲੇ ਲੋਟਰੀ ਸਿਸਟਮ ਇੰਟਰੋਡਿਊਸ ਕੀਤਾ ਗਿਆ ਸੀਗਾ, ਇਟ ਡਿਡ ਨਾਟ ਡੂ ਟੂ ਵੈਲ ਬਿਕੋਜ਼ ਉਹਦੇ ਵਾਸਤੇ ਆਇਆ ਕਿ ਕਿਹੜਾ ਪਿਕ ਹੋਏਗਾ ਕਿਹੜਾ ਨਹੀਂ ਪਿਕ ਹੋਏਗਾ, ਉਹਦੇ ਇਟ ਵਾਜ਼ ਨਾਟ ਕਲੀਅਰ। ਉਸ ਤੋਂ ਬਾਅਦ ਸੈਕਿੰਡ ਲਾਸਟ ਈਅਰ 2019 ਦੇ ਵਿੱਚ ਜਿਹੜੀਆਂ ਐਪਲੀਕੇਸ਼ਨਸ ਲਿਖੀਆਂ ਆਨਲਾਈਨ ਲਿੱਤੀਆਂ ਗਈਆਂ, ਸੋ ਉਦੋਂ ਵੀ 3 ਮਿੰਟ ਦੇ ਵਿੱਚ ਉਹ ਐਪਲੀਕੇਸ਼ਨਸ ਦਾ ਪ੍ਰੋਸੈਸ ਕੰਪਲੀਟ ਹੋ ਗਿਆ। 3 ਮਿੰਟ ਦੇ ਵਿੱਚ 27000 ਐਪਲੀਕੇਸ਼ਨਸ ਲਿੱਤੀਆਂ ਗਈਆਂ। ਸੋ ਲੈਣੀਆਂ ਤੇ 21,000 ਸੀਗੀਆਂ, ਬਟ ਸਮਹਾਉ ਉਹ 7000 ਐਕਸਟਰਾ ਲੈ ਲਈਆਂ ਤਾਂ ਕਿ ਜਿਹੜੇ ਨਹੀਂ ਕੁਆਲੀਫਾਈ ਹੁੰਦੇ ਹੋਣਗੇ ਉਹ ਵੀ ਆ ਜਾਣਗੇ। ਸੋ ਬੇਸਿਕਲੀ that also did not go well because the reason will the people with some ਜਿਨ੍ਹਾਂ ਦੇ ਕੋਲ ਲਿਮਿਟੇਸ਼ਨ ਸੀਗੀਆਂ ਹੱਥ ਦੀਆਂ ਆਰਥਰਾਈਟਸ ਸੀਗਾ ਕੁਝ, they could not go online and do it and moreover expect ਕੀਤਾ ਜਾ ਰਿਹਾ ਸੀਗਾ ਕਿ it would go too smooth but it did not go smooth. So that is the reason 2020 ਦੇ ਵਿੱਚ ਆ changes incorporate ਕੀਤੇ ਗਏ ਨੇ ਤਾਂ ਕਿ ਨਵਾਂ ਪ੍ਰੋਗਰਾਮ ਉਲੀਕਿਆ ਜਾ ਸਕੇ, ਨਵਾਂ ਤਰੀਕੇ ਨਾਲ ਐਪਲੀਕੇਸ਼ਨ ਲਿੱਤੀਆਂ ਜਾ ਸਕਣ ਐਂਡ ਹੋ ਸਕਦਾ ਕਿ ਇਹਦਾ ਜਿਹੜਾ ਕੋਟਾ ਹੈਗਾ ਉਹ ਵੀ ਵਧੇ। So that is the reason it has been put on hold and expected ਹੈਗਾ second quarter ਦੇ ਵਿੱਚ April ਦੇ ਵਿੱਚ these will open up and ਤਾਂ ਤੱਕ 3 ਮਹੀਨੇ ਮਿਲ ਜਾਣਗੇ ਨਵੀਂ ਸਰਕਾਰ ਨੂੰ ਬਿਕੋਜ਼ ਨਵੀਂ ਸਰਕਾਰ ਵੀ ਹੁਣੇ ਉਹਨਾਂ ਨੇ ਓਥ ਲਿੱਤੀ ਹੈਗੀ ਹੈ।
ਜਾਣਗੇ ਸੋ ਉਹਨਾਂ ਨੂੰ ਵੀ 3 ਮਹੀਨੇ ਹੋਰ ਮਿਲ ਜਾਣਗੇ ਇਸ ਪ੍ਰੋਗਰਾਮ ਨੂੰ ਰੀਡਿਵੈਲਪ ਕਰਨ ਵਾਸਤੇ ਸੋ ਦੈਟ ਇਜ਼ ਅ ਰੀਜ਼ਨ ਇਟ ਹੈਜ਼ ਬੀਨ ਪੁਟ ਔਨ ਟੈਂਪਰੇਰੀ ਹੋਲਡ ਸੋ ਅਪ੍ਰੈਲ ਦੇ ਵਿੱਚ ਜਾਂ ਮਾਰਚ ਦੇ ਵਿੱਚ ਵੀ ਵਿਲ ਐਕਸਪੈਕਟ ਕਿ ਨਿਊ ਕਿਸ ਤਰ੍ਹਾਂ ਐਪਲੀਕੇਸ਼ਨਸ ਲਿੱਤੀਆਂ ਜਾਣਗੀਆਂ ਕੀ ਰਿਕੁਆਇਰਮੈਂਟਸ ਹੋਣਗੀਆਂ ਉਹ ਇੰਟਰੋਡਿਊਸ ਕੀਤੀਆਂ ਜਾਣਗੀਆਂ ਜੀ ਓਕੇ ਸੋ ਇਟ ਇਜ਼ ਔਨ ਟੈਂਪਰੇਰੀ ਹੋਲਡ ਲੇਕਿਨ ਜੇ ਅਸੀਂ ਦੇਖੀਏ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਪਹਿਲਾਂ ਲੋਟਰੀ ਸਿਸਟਮ ਲਿਆਂਦਾ ਗਿਆ ਦੈਨ ਸਿਸਟਮ ਲਿਆਂਦਾ ਗਿਆ ਫਰਸਟ ਕਮ ਫਰਸਟ ਸਰਵਡ ਆਨਲਾਈਨ ਐਪਲੀਕੇਸ਼ਨ ਸਿਸਟਮ ਕਿਤੇ ਨਾ ਕਿਤੇ ਲੱਗਦਾ ਤੁਹਾਨੂੰ ਕਿ ਦ ਸਿਸਟਮ ਇਜ਼ ਨਾਟ ਮੀਟਿੰਗ ਦ ਡਿਮਾਂਡ ਗਵਰਨਮੈਂਟ ਸ਼ੁੱਡ ਇਨਕਰੀਜ਼ ਦ ਇਨਟੇਕ ਨੰਬਰਸ ਜਸਲੀਨ ਜੀ ਤੁਹਾਨੂੰ ਯਾਦ ਹੋਏਗਾ ਪਹਿਲੇ ਜਿਹੜਾ ਸੀਗਾ देयर वाज नो कोटा ऑन दीज एप्लीकेशंस ਜਿਹੜਾ ਵੀ ਦੋਸਤ ਐਲੀਜੀਬਲ ਹੁੰਦਾ ਸੀਗਾ ਉਹ ਐਪਲੀਕੇਸ਼ਨ ਲਗਾ ਸਕਦਾ ਸੀਗਾ ਉਹ ਰਿਕੁਆਇਰਮੈਂਟਸ ਮੀਟ ਕਰਦਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਕੰਜ਼ਰਵੇਟਿਵ ਗਵਰਨਮੈਂਟ ਸੀਗੀ ਜੇਸਨ ਗੈਨੀ ਵਾਸ ਦਾ ਇਮੀਗ੍ਰੇਸ਼ਨ ਮਿਨਿਸਟਰ ਐਟ ਦੈਟ ਪੁਆਇੰਟ ਆਫ ਟਾਈਮ ਉਦੋਂ ਦੇਖਿਆ ਕਿ ਬੈਕਲੌਗ ਜਿਹੜਾ ਹੈਗਾ 1,30,000 ਤੋਂ 1,65,000 ਦੇ ਵਿੱਚ ਚਲਾ ਗਿਆ ਸੀਗਾ ਸੋ ਬੈਕਲੌਗ ਇੰਨਾ ਵੱਧ ਗਿਆ ਸੀਗਾ ਕਿ ਜਿਹੜੇ ਪੇਰੈਂਟਲ ਐਪਲੀਕੇਸ਼ਨ ਸੀਗੀਆਂ ਦੇ ਵਰ ਟੇਕਿੰਗ ਸਮਥਿੰਗ ਲਾਈਕ 7 years 6.5 years 6 years to get processed तो ਉਹਦੇ ਵਾਸਤੇ this applications were put on hold this program was put on hold for some time ਉਦੋਂ ਸੁਪਰ ਵੀਜ਼ਾ ਇੰਟਰੋਡਿਊਸ ਕੀਤਾ ਗਿਆ ਤਾਂ ਕਿ ਐਟਲੀਸਟ ਪੇਰੈਂਟਸ ਆ ਕੇ ਆਪਣੇ ਬੱਚਿਆਂ ਨੂੰ ਆਪਣੇ ਗ੍ਰੈਂਡ ਪੇਰੈਂਟਸ ਨੂੰ ਆਪਣੀ ਕਲਚਰ ਵਗੈਰਾ ਦੇ ਸਕਣ ਸੋ ਉਸ ਤੋਂ ਬਾਅਦ ਸਿਸਟਮ ਇੰਪਰੂਵ ਕਰਕੇ ਦੈਨ ਐਪਲੀਕੇਸ਼ਨਸ ਦੁਬਾਰਾ ਲਿੱਤੀਆਂ ਗਈਆਂ ਉਦੋਂ ਵੀ ਜਿਹੜੀਆਂ ਐਪਲੀਕੇਸ਼ਨਸ ਲਿੱਤੀਆਂ ਗਈਆਂ ਦੈਟ ਵੈਂਟ ਫੇਅਰਲੀ ਸਮੂਥਲੀ ਬਿਕੋਜ਼ ਉਦੋਂ ਕੰਪਲੀਟ ਐਪਲੀਕੇਸ਼ਨਸ ਲਿੱਤੀਆਂ ਜਾ ਰਹੀਆਂ ਸੀਗੀਆਂ ਬਟ ਲਿਬਰਲ ਗਵਰਨਮੈਂਟ ਜਦੋਂ ਦੀ ਆਈ ਉਹਨਾਂ ਨੇ ਆ ਕੇ ਪਹਿਲੇ ਲੋਟਰੀ ਸਿਸਟਮ ਇੰਟਰੋਡਿਊਸ ਕੀਤਾ ਐਂਡ ਲਾਸਟ ਈਅਰ ਉਹਨਾਂ ਨੇ ਆਨਲਾਈਨ ਐਪਲੀਕੇਸ਼ਨਸ ਲਿੱਤੀਆਂ which came with lot of criticism so that is the reason government does not want criticism this year so that is the reason you are right ਕਿ ਇਹਨਾਂ ਨੂੰ ਕੋਟਾ ਵੀ ਵਧਾਉਣਾ ਪਏਗਾ because there are lot of immigrants who want their parents and grandparents to come here and ਕੋਟਾ ਇਸ ਵਾਸਤੇ ਰੱਖਿਆ ਗਿਆ ਤਾਂ ਕਿ ਉਹ ਟਾਈਮ ਪੀਰੀਅਡ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਉਹ ਛੋਟਾ ਰਵੇ ਸੋ ਸਾਲ 2 ਸਾਲ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਹੋ ਗਈ ਪੇਰੈਂਟਸ ਦੀ ਐਪਲੀਕੇਸ਼ਨ ਪ੍ਰੋਸੈਸ ਹੋ ਗਈ ਤੇ everybody would love it but ਉਹਦੇ ਨਾਲ ਹੋਇਆ ਕੀ ਹੈ that the disgruntled clients has the disgruntled people have gone up the numbers the reason is ਜੇ ਮੇਰੀ ਐਪਲੀਕੇਸ਼ਨ ਨਹੀਂ ਪਿਕ ਹੋਈ I will feel bad about it and I'll bad mouth about it so that is what has happened in the previous 3 years ਜੀ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਦੀ ਗੱਲ ਕਰੀਏ ਤੇ ਪਿਛਲੇ ਸਾਲ ਓਵਰ 100,000 ਲੋਕਾਂ ਨੇ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਅਧੀਨ ਅਪਲਾਈ ਕੀਤਾ ਸੀਗਾ ਆਨਲਾਈਨ ਐਕਸੈਸ ਕੀਤਾ ਸੀਗਾ ਫਾਰਮ ਨੂੰ ਇਸ ਸਾਲ ਵੀ ਡੈਫੀਨਿਟਲੀ ਵੱਡੀ ਗਿਣਤੀ ਦੇ ਵਿੱਚ ਲੋਕੀ ਕਰਨਗੇ ਸੋ ਹੁਣ ਜਦੋਂ ਅਪ੍ਰੈਲ ਦੇ ਵਿੱਚ ਇਹ ਐਪਲੀਕੇਸ਼ਨ ਫਾਰਮ ਖੁੱਲੇਗਾ ਉਹਨਾਂ ਜਿਹੜੇ ਲੋਕੀ ਅਪਲਾਈ ਕਰਨਗੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਟਿਪਸ ਦੇਣਾ ਚਾਹੋਗੇ ਇੱਕੋ ਚੀਜ਼ ਸਭ ਤੋਂ ਇੰਪੋਰਟੈਂਟ ਹੈ ਕਿ ਦੇਖੋ ਕਿ ਤੁਸੀਂ ਇਨਕਮ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ ਐਜ਼ ਪਰ ਦਾ ਕਰੰਟ ਸਟੈਂਡਰਡਸ ਤੁਹਾਨੂੰ ਪਿਛਲੇ 3 ਸਾਲ ਦੇ ਨੋਟਿਸ ਆਫ ਅਸੈਸਮੈਂਟਸ ਦੇ ਉੱਤੇ ਤੁਹਾਡੀ ਰਿਕੁਆਇਰਮੈਂਟਸ ਇਨਕਮ ਰਿਕੁਆਇਰਮੈਂਟਸ ਮੀਟ ਹੋਣੀਆਂ ਚਾਹੀਦਾ ਸੋ ਉਹ ਹੈਗੀਆਂ ਕੀ ਹੈ ਲੋ ਇਨਕਮ ਕੱਟ ਆਫ ਐਜ਼ ਪਰ ਦਾ ਫੈਮਿਲੀ ਸਾਈਜ਼ ਪਲੱਸ 30% ਤੁਹਾਡੀ ਇਨਕਮ ਰਿਕੁਆਇਰਮੈਂਟ ਹੈਗੀ ਹੈ ਸੋ ਹੁਣ ਜਿਹੜੀਆਂ ਐਪਲੀਕੇਸ਼ਨਸ 2020 ਦੇ ਵਿੱਚ ਲਿੱਤੀਆਂ ਜਾਣਗੀਆਂ 17 18 ਐਂਡ 19 ਦੀ ਇਨਕਮ ਦੇਖੀ ਜਾਏਗੀ until and unless there is some other changes which are being incorporated so as of today ਜਿਹੜਾ ਸਾਨੂੰ ਪਤਾ ਹੈ ਕਿ ਤੁਸੀਂ ਆਪਣੇ ਪਿਛਲੇ 3 ਸਾਲਾਂ ਦੀ ਇਨਕਮ ਜ਼ਰੂਰ ਦੇਖੋ ਜੇ ਤੁਸੀਂ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ ਤੁਹਾਡੇ ਕੋਲ ਨੋਟਿਸ ਆਫ ਅਸੈਸਮੈਂਟਸ ਜਾਂ ਆਪਸ਼ਨ ਸੀ ਪ੍ਰਿੰਟ ਆਊਟਸ ਪਏ ਨੇ ਯੂ ਆਰ ਗੁੱਡ ਟੂ ਗੋ ਐਂਡ ਹੋ ਸਕਦਾ ਹੈ ਕਿ ਤੁਹਾਨੂੰ ਘੱਟ ਟਾਈਮ ਮਿਲੇ ਆਪਣੇ ਪੇਰੈਂਟਸ ਦੇ ਬਾਕੀ ਡਾਕੂਮੈਂਟੇਸ਼ਨਸ ਵਗੈਰਾ ਸਿਟੀਜ਼ਨਸ਼ਿਪ ਦੀ ਵੈਬਸਾਈਟ ਤੇ ਜਾ ਕੇ ਜਾਂ ਕਿਸੇ ਕੰਸਲਟੈਂਟ ਲਾਅ ਨਾਲ ਤੁਸੀਂ ਡਿਸਕਸ ਕਰਕੇ ਯੂ ਕੈਨ ਪੁੱਲ ਦੋਜ਼ ਇਨਫੋਰਮੇਸ਼ਨ ਆਊਟ ਐਂਡ ਉਹ ਡਾਕੂਮੈਂਟ ਸਾਰੇ ਕਲੈਕਟ ਕਰ ਸਕਦੇ ਹੋ ਤਾਂ ਕਿ ਇਨ ਕੇਸ ਗਵਰਨਮੈਂਟ ਆਸਕ ਕਿ ਕੰਪਲੀਟ ਐਪਲੀਕੇਸ਼ਨ ਇਨ ਵਨ ਗੋ ਆਏ ਤੇ ਉਹਦੇ ਵਾਸਤੇ ਵੀ ਯੂ ਆਰ ਪ੍ਰੀਪੇਅਰਡ ਫॉर ਇਟ ਜੀ ਹੁਣ ਵੀ ਨੋ ਦੈਟ ਵੀ ਆਰ ਨਾਓ ਇਨ ਅ ਨਿਊ ਈਅਰ 2020 ਦੇ ਵਿੱਚ ਕੀ ਐਕਸਪੈਕਟ ਕਰ ਸਕਦੇ ਹਾਂ ਅਸੀਂ 2020 is an amazing year we expect lot of things from 2020 the reason is 2019 was an amazing year why do we say it was an amazing year because express entry ਦੇ ਵਿੱਚ ਤਕਰੀਬਨ 85,300 ਇਨਵੀਟੇਸ਼ਨਸ ਦਿੱਤੇ ਗਏ 2019 ਦੇ ਵਿੱਚ 3,30,000 ਦਾ ਟੋਟਲ ਕੋਟਾ ਸੀਗਾ 2019 ਦਾ 2020 ਦੇ ਵਿੱਚ ਜਿਹੜਾ ਕੋਟਾ ਹੈਗਾ 3,40,000 ਐਪਲੀਕੈਂਟਸ ਦਾ ਇਮੀਗ੍ਰੈਂਟਸ ਦਾ ਹੈਗਾ ਸੋ ਨੰਬਰਸ ਹੈਜ਼ ਗੋਨ ਅਪ ਮੋਰ ਓਵਰ ਅੱਜ ਦੀ ਤਰੀਕ ਦੇ ਵਿੱਚ ਅਸੀਂ ਦੇਖਿਆ ਹੈਗਾ ਕਿ 2019 ਦੇ ਐਂਡ ਦੇ ਵਿੱਚ ਵੀ ਹੈਵ ਸੀਨ ਲੋਟ ਆਫ ਚੇਂਜਸ ਲੋਟ ਆਫ ਨਿਊ ਪ੍ਰੋਗਰਾਮਸ ਬੀਨ ਇੰਟਰੋਡਿਊਸਡ ਸੋ ਛੋਟੀ ਕਮਿਊਨਿਟੀਜ਼ ਵਾਸਤੇ ਰੀਜਨਲ ਐਂਡ ਨਦਰਨ ਪਾਇਲਟ ਪ੍ਰੋਜੈਕਟ RNIP ਸ਼ੁਰੂ ਕੀਤੇ ਗਏ ਉਸ ਤੋਂ ਬਾਅਦ ਓਨਟਾਰੀਓ ਨੇ ਰੀਜਨਲ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ ਸੋ ਛੋਟੀ ਕਮਿਊਨਿਟੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ ਬਿਕੋਜ਼ ਦੇਖਿਆ ਕੀ ਜਾ ਰਿਹਾ ਸੀਗਾ ਜਿੰਨੇ ਵੀ ਇਮੀਗ੍ਰੈਂਟਸ ਲੈਂਡ ਕਰ ਰਹੇ ਸੀਗੇ ਦੇ ਵਰ ਗੋਇੰਗ ਟੂ ਦਾ ਬਿਗ ਮੈਟਰੋਪੋਲੀਟਨਸ ਕਾਸਮੋਪੋਲੀਟਨਸ ਤੇ ਉਹ ਟੋਰਾਂਟੋ GTA ਦੇ ਵਿੱਚ ਕਾਫੀ ਹੱਦ ਤੱਕ ਰਹਿ ਜਾਂਦੇ ਸੀਗੇ ਛੋਟੀ ਕਮਿਊਨਿਟੀਜ਼ ਦੇ ਵਿੱਚ ਥੰਡਰ ਬੇ ਨਾਰਥ ਬੇ ਟਿਮਿੰਸ ਸਡਬਰੀ ਉੱਥੇ ਤੱਕ ਨਹੀਂ ਪਹੁੰਚਦੇ ਸੀਗੇ ਸੋ ਐਸੇ ਵਾਸਤੇ ਬੈਲਵਿਲ ਉਹਨੂੰ ਇਨਕਲੂਡ ਕੀਤਾ ਗਿਆ ਨਵੀਂ ਪ੍ਰੋਗਰਾਮਸ ਦੇ ਵਿੱਚ ਚੈਥਮ ਨੂੰ ਇਨਕਲੂਡ ਕੀਤਾ ਗਿਆ ਕੌਨਵਾਲ ਨੂੰ ਇਨਕਲੂਡ ਕੀਤਾ ਗਿਆ ਓਨਟਾਰੀਓ ਦੇ ਪ੍ਰੋਗਰਾਮਸ ਦੇ ਵਿੱਚ ਐਸੇ ਕਰਕੇ ਇੰਟਰੋਡਿਊਸ ਕੀਤਾ ਗਿਆ ਬਿਕੋਜ਼ ਛੋਟੀ ਕਮਿਊਨਿਟੀਜ਼ ਆਲਸੋ ਵਾਂਟ देयर ਫੇਅਰ ਸ਼ੇਅਰ ਆਫ ਇਮੀਗ੍ਰੈਂਟਸ ਟੂ ਕਮ ਇਨ ਬਿਕੋਜ਼ ਉਹ ਮਿਸ ਕਰ ਰਹੇ ਸੀਗੇ ਸੋ ਦੈਟ ਇਜ਼ ਦ ਰੀਜ਼ਨ ਛੋਟੀ ਪ੍ਰੋਗਰਾਮਸ ਇੰਟਰੋਡਿਊਸ ਕੀਤੇ ਛੋਟੀ ਕਮਿਊਨਿਟੀਜ਼ ਵਾਸਤੇ ਪ੍ਰੋਗਰਾਮ ਇੰਟਰੋਡਿਊਸ ਕੀਤੇ ਨੇ ਸੋ 2020 ਵੁੱਡ ਬੀ ਐਨ ਅਮੇਜ਼ਿੰਗ ਈਅਰ ਈਵਨ ਐਕਸਪ੍ਰੈਸ ਅਸੀਂ ਵਿਜ਼ਿਟ ਵੀਜ਼ਾਸ ਦੀ ਗੱਲ ਕਰੀਏ ਪਿਛਲੇ ਸਾਲ 1.5 ਮਿਲੀਅਨ ਤੋਂ ਜ਼ਿਆਦਾ ਵਿਜ਼ਿਟ ਵੀਜ਼ਾਸ ਗ੍ਰਾਂਟ ਕੀਤੇ ਗਏ ਨੇ ਕੈਨੇਡਾ
ਵਾਸਤੇ 2019 ਦੇ ਵਿੱਚ 2020 ਦੇ ਵਿੱਚ we see ke foresee ke same trends would continue. So lot of new things are coming up and hopefully everything will work out. And a businessman वास्ते lot of new options have come up. PNPs, intra-company transfers, owner operators, lot of programs are being are available at this moment. So government ਚਾਹੁੰਦੀ ਹੈਗੀ ਕਿ ਇਹੋ ਜਿਹੇ ਲੋਕ ਇਮੀਗ੍ਰੇਟ ਹੋਣ ਜਿਹੜੇ ਆ ਕੇ ਇੱਥੇ ਆਪਣਾ ਪੈਸਾ ਇਨਵੈਸਟ ਕਰਕੇ ਆਪਣੇ ਵਾਸਤੇ ਵੀ ਜੌਬ ਕ੍ਰੀਏਟ ਕਰਨ ਐਂਡ ਲੋਕਲ PR ਕੈਨੇਡੀਅਨਸ ਵਾਸਤੇ ਵੀ ਜੌਬ ਕ੍ਰੀਏਟ ਕਰਨ. ਸੋ ਬਿਜ਼ਨਸਮੈਨ ਵਾਸਤੇ ਚਾਹੇ ਉਹਨਾਂ ਦੀ ਏਜ 40 ਹੈਗੀ ਹੈ, 45 ਹੈਗੀ ਹੈ, 50 ਹੈਗੀ ਹੈ, 60 ਹੈਗੀ ਹੈ, 70 ਹੈਗੀ ਹੈ, ਉਹਨਾਂ ਵਾਸਤੇ देयर आर लॉट ऑफ ऑप्शंस अवेलेबल. ओनली थिंग इज ਤੁਹਾਡੇ ਕੰਸਲਟੈਂਟ ਤੁਹਾਡੇ ਲਾਇਰ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰ ਰਿਹਾ ਹੈਗਾ. ਜੀ absolutely. Thank you so much for joining us and sharing all that information with us. Thank you very much. ਜਨਵਰੀ ਦੇ ਮਹੀਨੇ ਵਿੱਚ ਵੱਡੀ ਤਾਦਾਦ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨਵੇਂ ਬੈਚ ਲਈ ਕੈਨੇਡਾ ਪਹੁੰਚਦੇ ਨੇ. ਬੀਤੇ ਦਿਨੀ ਜਦੋਂ ਟੋਰਾਂਟੋ ਪੀਅਰਸਨ 에ਅਰਪੋਰਟ ਤੇ ਸਟੂਡੈਂਟਸ ਲੈਂਡ ਹੋਏ ਤਾਂ ਕਈ ਵੀਡੀਓਜ਼ ਵਾਇਰਲ ਹੋਈਆਂ ਜਿਸ ਵਿੱਚ ਇਹ ਕਿਹਾ ਗਿਆ ਕਿ ਇਹਨਾਂ ਬੱਚਿਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ. ਇਸ ਖਬਰ ਦੇ ਨਾਲ ਇਹਨਾਂ ਦੇ ਮਾਪੇ ਚਿੰਤਿਤ ਹੋ ਗਏ ਪਰ ਸੱਚਾਈ ਕੁਝ ਹੋਰ ਹੀ ਸੀ. ਆਓ ਪਾਉਂਦੇ ਹਾਂ ਇੱਕ ਨਜ਼ਰ. ਇਹ ਵੀਡੀਓ ਹੈ ਟੋਰਾਂਟੋ ਦੇ ਪੀਅਰਸਨ 에ਅਰਪੋਰਟ ਦੀ ਜਿੱਥੇ ਵੱਡੀ ਤਾਦਾਦ ਵਿੱਚ ਇੰਟਰਨੈਸ਼ਨਲ ਸਟੂਡੈਂਟਸ 에ਅਰਪੋਰਟ ਤੇ ਬੈਠੇ ਵਿਖਾਈ ਦੇ ਰਹੇ ਨੇ. ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਭਾਰਤ ਵਿੱਚ ਬੈਠੇ ਇਹਨਾਂ ਦੇ ਮਾਪੇ ਚਿੰਤਿਤ ਹੋਣ ਲੱਗੇ ਕਿਉਂਕਿ ਇਹਨਾਂ ਵੀਡੀਓ ਦੇ ਵਾਇਰਲ ਹੁੰਦੇ ਹੀ ਇਹ ਕਿਹਾ ਜਾਣ ਲੱਗਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਪਰ ਸੱਚਾਈ ਕੁਝ ਹੋਰ ਹੀ ਸੀ. ਦਰਅਸਲ ਕੈਨੇਡਾ ਵਿੱਚ ਯੂਨੀਵਰਸਿਟੀ ਤੇ ਕਾਲਜਸ ਵਿੱਚ ਜਨਵਰੀ ਤੇ ਸਤੰਬਰ ਦੇ ਮਹੀਨੇ ਵਿੱਚ ਨਵੇਂ ਬੈਚ ਦੀ ਸ਼ੁਰੂਆਤ ਹੁੰਦੀ ਹੈ ਤੇ ਇਹ ਬੱਚੇ ਜਨਵਰੀ ਦੇ ਸੈਸ਼ਨ ਲਈ ਪਹੁੰਚੇ ਨੇ ਤੇ 에ਅਰਪੋਰਟ ਤੇ ਪੇਪਰ ਵਰਕ ਪੂਰੇ ਹੋਣ ਦੀ ਉਡੀਕ ਕਰ ਰਹੇ ਨੇ. ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਕਿ ਡਿਪੋਰਟੇਸ਼ਨ ਦੀ ਖਬਰ ਅਫਵਾਹ ਹੈ ਤੇ ਇਹ ਬੱਚੇ 에ਅਰਪੋਰਟ ਤੇ ਸਟੱਡੀ ਪਰਮਿਟ ਪ੍ਰੋਸੈਸਿੰਗ ਦੀ ਉਡੀਕ ਕਰ ਰਹੇ ਨੇ. ਜ਼ਿਕਰਯੋਗ ਹੈ ਕਿ CBSA ਦੀ ਇਸ ਟਵੀਟ ਨਾਲ ਅਫਵਾਹਾਂ ਤੇ ਰੋਕ ਲੱਗੀ ਤੇ ਬੱਚਿਆਂ ਦੇ ਮਾਪਿਆਂ ਨੇ ਰਾਹਤ ਦੀ ਸਾਹ ਲਈ. ਹੁਣ ਇਹ ਵਿਦਿਆਰਥੀ ਜਨਵਰੀ ਵਿੱਚ ਸ਼ੁਰੂ ਹੋਣ ਵਾਲੇ ਬੈਚ ਵਿੱਚ ਕੈਨੇਡਾ ਵਿੱਚ ਨਵੇਂ ਸਫ਼ਰ ਦੀ ਸ਼ੁਰੂਆਤ ਕਰਨਗੇ. ਸੋ ਇਸ ਦੇ ਨਾਲ ਹੀ ਹੋ ਗਿਆ ਸਮਾਂ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਪਰ ਇਸ ਵਾਅਦੇ ਦੇ ਨਾਲ ਕਿ ਅਗਲੇ ਹਫਤੇ ਵੀ NRI ਵਰਡ ਦੀ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ. ਜੇ ਤੁਸੀਂ ਵੀ NRI ਵਰਡ ਵਿੱਚ ਕੁਝ ਖਾਸ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖੋ. ਸਾਡਾ ਈਮੇਲ ID ਹੈ feedback@pdcnetwork.com. ਫਿਰ ਤੋਂ ਮੁਲਾਕਾਤ ਹੋਏਗੀ ਅਗਲੇ ਹਫਤੇ. ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ.